ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਮਨਜੀਤ ਸਿੰਘ ਜੀ ਕੇ। ਸਿੱਖ ਹਲਕਿਆਂ ਦਾ ਵੱਡਾ ਚਿਹਰਾ ਸਰਦਾਰ ਮਨਜੀਤ ਸਿੰਘ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ। ਜੀ ਕੇ ਸਾਹਿਬ ਜੀ ਆਇਆਂ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੇ ਸਾਹਿਬ, ਜਿਸ ਘਰ ਵੱਲ ਨੂੰ ਕਦੇ ਅਦਬੋ ਅਦਾਬ ਨਾਲ ਜਾਂਦੇ ਹੁੰਦੇ ਸੀ, ਅੱਜ ਸੁਖਬੀਰ ਸਿੰਘ ਬਾਦਲ ਦੇ ਦਿੱਲੀ ਵਿਚਲੇ ਘਰ ਵੱਲ ਮੁਹਾਰਾਂ ਨੇ ਤੇ ਮੈਨੂੰ ਪਤਾ ਲੱਗਿਆ ਕਿ ਉੱਥੇ ਧਰਨਾ ਦੇਣ ਚੱਲੇ ਹੋ। ਏਜੰਡਾ ਕੀ ਹੈ? ਇਹ ਬਦਲਦੇ ਰੂਪ ਜਿਹੜੇ ਸਿਆਸਤਾਂ ਦੇ, ਇਹਨਾਂ ਨੂੰ ਆਮ ਲੋਕ ਕਿਵੇਂ ਸਮਝਣ? ਬਿਲਕੁਲ ਤੁਸੀਂ ਠੀਕ ਮੈਨੂੰ ਸਵਾਲ ਕੀਤਾ ਰੰਧਾਵਾ ਸਾਹਿਬ ਕਿ ਜਿਸ ਘਰ ਵੱਲ ਬੜੇ ਮੋਹ ਨਾਲ ਜਾਇਆ ਕਰਦੇ ਸੀ, ਅੱਜ ਉਸ ਘਰ ਵੱਲ ਅਸੀਂ ਅੱਜ ਇੱਕ ਧਰਨਾ ਜਾਂ ਇੱਕ ਅਸੀਂ ਰੋਸ ਦਾ ਮੁਜ਼ਾਹਰਾ ਕਰਨ ਵਾਸਤੇ, ਉੱਥੇ ਅਰਦਾਸ ਕਰਨ ਵਾਸਤੇ, ਉੱਥੇ ਪਾਠ ਕਰਨ ਵਾਸਤੇ ਕਿਉਂ ਜਾ ਰਹੇ ਹਾਂ? ਉਹਦਾ ਕਾਰਨ ਇਹ ਹੈ ਕਿ ਹੋਰ ਜਾਈਏ ਕਿਹਦੇ ਵੱਲ? ਜਿਨ੍ਹਾਂ ਦੇ ਲਿਫਾਫਿਆਂ ਚੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਿਕਲਦੇ ਹੋਣ, ਜਿਹੜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੋਵੇ, ਅਕਾਲ ਤਖਤ ਸਾਹਿਬ ਹੋਵੇ, ਉਹ ਜਿਵੇਂ ਚਾਹੁੰਦੇ ਨੇ ਉਹਨਾਂ ਨੇ ਅੱਜ ਤੱਕ ਉੱਥੇ ਕੰਮ ਕੀਤਾ ਹੈ। ਲੇਕਿਨ 2015 ਚ ਜਿੱਦਾਂ ਸਰੂਪਾਂ ਦੀ ਬੇਦਬੀ ਹੋਣੀ ਸ਼ੁਰੂ ਹੋਈ, ਬਰਗਾੜੀ ਚ ਇੱਕ ਸਰੂਪ ਜਾਂ ਜਵਾਰ ਬੁੱਝ ਸਿੰਘ ਵਾਲਾ ਚ ਇੱਕ ਸਰੂਪ ਉੱਥੋਂ ਚੋਰੀ ਹੋਇਆ ਸੀਗਾ, ਕਿੰਨਾ ਵੱਡਾ ਬਵਾਲ ਖੜਾ ਹੋਇਆ। ਲੇਕਿਨ ਆਪਣੀ ਸਰਕਾਰ ਰਹਿੰਦੇ ਆਪਾਂ ਕੁਝ ਨਹੀਂ ਕਰ ਸਕੇ। ਲੇਕਿਨ ਅੱਜ ਇਹ ਖੁਲਾਸਾ ਹੋ ਰਿਹਾ ਹੈ ਕਿ 2013, 14 ਔਰ 15 ਇਹਦੇ ਵਿੱਚ ਪਹਿਲੇ 327 ਸਰੂਪ, ਹੁਣ 453 ਸਰੂਪ, ਹੋ ਸਕਦਾ ਹੈ ਇਹ ਗਿਣਤੀ 1000 ਤੱਕ ਪਹੁੰਚ ਜਾਵੇ। ਆਖਿਰ ਸਾਡਾ ਗੁਰੂ ਹੈ, ਕੌਣ ਲੈ ਗਿਆ ਚੁੱਕ ਕੇ? ਕਿਹਨੂੰ ਦਿੱਤਾ ਤੁਸੀਂ? ਉਹਦੀ ਮਰਿਆਦਾ ਇੱਕ ਦੇਣ ਦੀ। ਉਹਨੂੰ ਪਹਿਲੇ ਦੇਖਿਆ ਜਾਂਦਾ ਕਿ ਕਿੱਥੇ ਜਾ ਰਹੇ ਨੇ। ਤੁਸੀਂ ਕਹਿੰਦੇ ਨੇ ਪਤਾ ਹੀ ਨਹੀਂ ਕਿੱਥੇ ਚਲੇ ਗਿਆ। ਕੋਈ ਗੱਡੀ, ਕੋਈ ਮੋਟਰ, ਕੋਈ ਟੈਂਪੂ, ਕੋਈ ਟਰਾਲੀ, ਕਿਹਦੇ ਚ ਗਏ ਹੋਣਗੇ? ਨੰਬਰ 1। ਨੰਬਰ 2, 2007 ਦੇ ਵਿੱਚ ਵਿਵਾਦ ਆਂਦਾ ਹੈ, ਜਿਹੜੀ ਡੇਰੇ ਮੁਖੀ ਨੇ ਗੁਰੂ ਦਸਮ ਪਿਤਾ ਵਾਲੀ ਜਿਹੜੀ ਉਹਨਾਂ ਨੇ ਡਰੈਸ ਪਾਈ ਸੀਗੀ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਮੈਂ ਉਸ ਵਿਵਾਦ ਚ ਨਹੀਂ ਜਾਂਦਾ ਕਿ ਇਹ ਵੀ ਆਇਆ ਸੀਗਾ ਕਿ ਡਰੈਸ ਵੀ ਬਾਦਲ ਪਰਿਵਾਰ ਨੇ ਦਿੱਤੀ। ਅਕਾਲ ਤਖਤ ਸਾਹਿਬ ਨੇ ਉਸ ਤੋਂ ਬਾਅਦ ਬੈਨ ਲਗਾ ਦਿੱਤਾ ਸੀਗਾ ਕਿ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਅਸੀਂ ਕੱਟ ਦਈਏ। ਲੇਕਿਨ ਕਿਸ ਨੇ ਇਹਨਾਂ ਨੂੰ ਸਰੂਪ ਦਿੱਤੇ? 2014 ਦੀ ਇਲੈਕਸ਼ਨ ਨੂੰ ਧਿਆਨ ਨਾਲ ਸੁਣਿਓ। 2014 ਦੀ ਇਲੈਕਸ਼ਨ ਬੀਬਾ ਬਠਿੰਡੇ ਤੋਂ ਬੜੇ ਘੱਟ ਮਾਰਜਨ ਨਾਲ ਜਿੱਤਦੀ ਹੈ। 2019 ਦੀ ਇਲੈਕਸ਼ਨ ਬੀਬਾ ਬੜੇ ਘੱਟ ਮਾਰਜਨ ਨਾਲ ਫਿਰ ਬਠਿੰਡੇ ਤੋਂ ਜਿੱਤਦੀ ਹੈ। ਔਰ ਸਾਰਾ ਕੁਝ ਬਠਿੰਡੇ ਜ਼ਿਲ੍ਹੇ 'ਚ ਜਿਹੜੀਆਂ 10 ਕੌਂਸਟੀਚੁਐਂਸੀਆਂ ਨੇ, ਤਕਰੀਬਨ ਸਾਰਾ ਕੁਝ ਉੱਥੇ ਹੋ ਰਿਹਾ ਹੈ। ਮੈਂ ਸਮਝਦਾ ਕਿ ਆਪਸ 'ਚ ਪੈਕਟ ਹੋਇਆ ਸੀਗਾ ਕਿ ਸਾਨੂੰ ਵੋਟਾਂ ਡੇਰੇ ਪ੍ਰੇਮੀ ਦੇਣਗੇ। ਪੈਕਟ ਹੋਇਆ ਸੀਗਾ ਕਿ ਸਾਨੂੰ ਇਲੈਕਸ਼ਨਾਂ ਦੇ ਵਿੱਚ ਤੁਸੀਂ ਜਿਤਾਓਗੇ। ਮੈਂ ਸਮਝਦਾ ਇਹ ਉਸੇ ਕੜੀ ਦੇ ਵਿੱਚ ਹੀ 2017 ਚ ਇਹਨਾਂ ਨੂੰ ਮਾਫੀ ਦਿੱਤੀ ਗਈ। ਜਿਹੜੀ 2017 ਦੀ ਇਲੈਕਸ਼ਨ ਤੋਂ ਪਹਿਲੇ ਮਾਫੀ ਦਿੱਤੀ ਗਈ ਡੇਰੇ ਦੇ ਮੁਖੀ ਨੂੰ, ਗੁਰਮੀਤ ਰਾਮ ਰਹੀਮ ਨੂੰ, ਜਿਸਨੇ ਕਦੀ ਮਾਫੀਨਾਮਾ ਲਿਖਿਆ ਹੀ ਨਹੀਂ ਸੀ। ਉਹ ਵੀ ਹੁਣ ਆ ਕੇ ਜਨਤਕ ਹੋ ਰਿਹਾ ਕਿ ਮਾਫੀਨਾਮਾ ਵੀ ਅਕਾਲ ਤਖਤ ਸਾਹਿਬ ਦੇ ਟਾਈਪਰਾਈਟਰ ਤੇ ਜਾਂ ਕੰਪਿਊਟਰ ਤੇ ਟਾਈਪ ਹੋਇਆ ਸੀ। ਮੈਂ ਸਮਝਦਾ ਕਿ ਅੱਜ ਸਿੱਖਾਂ ਦੇ ਹਿਰਦੇ ਜਿਹੜੇ ਨਾ ਉਹ ਬਹੁਤ ਦੁਖਤ ਨੇ ਕਿ ਸਾਡਾ ਗੁਰੂ ਹੋਵੇ, ਸਾਡੇ ਗੁਰੂ ਉੱਥੋਂ ਚਲੇ ਜਾਣ। ਸ਼੍ਰੋਮਣੀ ਕਮੇਟੀ ਗੋਲਕਾਂ ਦਾ ਹਿਸਾਬ ਰੱਖ ਸਕਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਇਦਾਦ ਦਾ ਹਿਸਾਬ ਰੱਖ ਸਕਦੀ ਹੈ, ਉਹਦੇ 'ਚ ਬੜਾ ਕੁਝ ਹੁੰਦਾ ਹੈ। ਲੇਕਿਨ ਤੁਸੀਂ ਗੁਰੂ ਨਾਲ ਧਰੋਹ ਕਰ ਦਿਓਗੇ, ਇਹ ਬਰਦਾਸ਼ਤ ਤੋਂ ਬਾਹਰ ਹੈ। ਅੱਜ ਤੁਸੀਂ ਮਿੱਟੀ ਪਾ ਰਹੇ ਹੋ ਛੋਟੇ ਮੋਟੇ ਜਿਹੜੇ ਕਲਰਕ ਨੇ ਜਾਂ ਉੱਥੇ ਮੈਨੇਜਰ ਨੇ ਜਾਂ ਉੱਥੇ ਜਿਹੜੇ ਸੈਕਟਰੀ ਨੇ, ਤੁਸੀਂ ਉਹਨਾਂ ਤੇ ਮਿੱਟੀ ਪਾ ਰਹੇ ਹੋ। ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਚੀਜ਼ ਚੋਰੀ ਹੋਈ ਸੀਗੀ, ਇਹ ਚੋਰੀ ਹੋਈ ਚੀਜ਼ ਜਾਂ ਤੁਸੀਂ ਆਪ ਹੱਥੀਂ ਦਿੱਤੀ, ਕਿਹੜੇ ਡੇਰੇ ਨੂੰ ਦਿੱਤੀ, ਕਿੱਥੇ ਇਹਨਾਂ ਦੀ ਬੇਦਬੀ ਹੋਈ? ਸਾਨੂੰ ਉਹ ਐਡਰੈਸ ਦੱਸੋ ਨਾ, ਅਸੀਂ ਜਾ ਕੇ ਆਪ ਲੈ ਆਈਏ। ਜੇ ਗੁਰੂ ਸਾਹਿਬ ਸਾਡੇ ਅੱਜ ਕਿਸ ਹਾਲਤ 'ਚ ਨੇ, ਅਸੀਂ ਉਹਨਾਂ ਦਾ ਅਗਨ ਭੇਟ ਕਰਕੇ ਮਨਾਂ ਨੂੰ ਸ਼ਾਂਤੀ ਤੇ ਕਰ ਲਈਏ ਕਿ ਜਿੱਦਾਂ ਆਪਣੇ ਪਰਿਵਾਰ ਦਾ ਕੋਈ ਮੈਂਬਰ ਚਲੇ ਜਾਵੇ ਤਾਂ ਅਸੀਂ ਮਹੀਨਾ 2 ਮਹੀਨੇ ਬਾਅਦ ਸਾਨੂੰ ਸ਼ੱਕ ਹੁੰਦਾ ਕਿ ਹੁਣ ਜੀਵਿਤ ਨਹੀਂ ਹੋਣਾ, ਫਿਰ ਇਹ ਆਖਦੇ ਆ ਕਿ ਲਾਸ਼ ਤਾਂ ਲੱਭ ਜਾਵੇ ਤਾਂ ਕਿ ਅਸੀਂ ਉਹਦਾ ਅੰਤਮ ਸੰਸਕਾਰ ਕਰ ਸਕੀਏ। ਅੱਜ ਤੁਸੀਂ ਸੈਕਟਰੀਆਂ ਤੇ ਕਰ ਰਹੇ ਹੋ। ਤੁਸੀਂ ਜਦੋਂ 2015 ਤੁਹਾਡੇ ਸਾਹਮਣੇ ਗੱਲ ਆਈ, ਕਿੰਨੇ ਆਰਡਰ ਕੀਤਾ ਸੀਗਾ ਕਿ ਇਹਦੇ ਉੱਤੇ ਇਨਕੁਆਇਰੀ ਨਹੀਂ ਹੋਣੀ ਚਾਹੀਦੀ? ਸਰਕਾਰ ਹੋਵੇ ਤੁਹਾਡੀ, SGPC ਹੋਵੇ ਤੁਹਾਡੀ, ਤੁਹਾਡੇ ਲਿਫਾਫੇ ਤੋਂ ਨਿਕਲਦੇ ਹੁਣ ਪ੍ਰਧਾਨ, ਤੇ ਜ਼ਿੰਮੇਵਾਰ ਕੌਣ ਹੈ? ਬਿਲਕੁਲ ਠੀਕ ਹੈ। ਲੇਕਿਨ ਇਹ ਵੀ ਵੱਡਾ ਸਵਾਲ ਹੈ ਕਿ 2015 ਚ ਮੇਰੇ ਖਿਆਲ ਤੁਸੀਂ ਇਹਨਾਂ ਦੇ ਨਾਲ ਸੀਗੇ। ਕਦੇ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਸੀ, ਸੁਣਿਆ ਸੁਖਬੀਰ ਸਿੰਘ ਬਾਦਲ ਪੰਜਾਬ ਵਾਲਿਆਂ ਨੂੰ ਤੇ ਘੱਟ ਮਿਲਦੇ ਸੀ, ਦਿੱਲੀ ਵਾਲਿਆਂ ਨਾਲ ਉਹਨਾਂ ਦੀਆਂ ਮੀਟਿੰਗਾਂ ਜ਼ਿਆਦਾ ਹੁੰਦੀਆਂ ਸੀ ਤੇ ਤੁਸੀਂ ਪ੍ਰਮੁੱਖ ਚਿਹਰਾ ਸੀ। ਕਦੇ ਉਹਨਾਂ ਨੂੰ ਨੌਕ ਨਹੀਂ ਕੀਤਾ? ਕਦੇ ਉਹਨਾਂ ਨੂੰ ਕਿਹਾ ਨਹੀਂ ਸੀ ਕਿ ਇਹ ਸਾਨੂੰ ਲੈ ਕੇ ਬਹਿ ਜਾਣਗੇ ਮਸਲੇ, ਇੱਥੇ ਅਸੀਂ ਟਾਲਾ ਨਾ ਵੱਟੀਏ, ਇਹਨੂੰ ਐਡਰੈਸ ਕਰੀਏ?
ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਜਦੋਂ ਅਮਰੀਕਾ 'ਚ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਉਸ ਤੋਂ ਬਾਅਦ ਕਿ ਇਹ ਸੱਚਮੁੱਚ ਗਲਤੀਆਂ ਹੋਈਆਂ ਔਰ ਲੋਕਾਂ 'ਚ ਰੋਸ ਬੜਾ, ਫਿਰ ਤੁਸੀਂ ਰਸਤਾ ਵੱਖ ਕਰਦੇ ਹੋ, ਚਲੋ ਦੇਰ ਆਏ ਦਰੁਸਤ ਆਏ, ਪਰ ਲੋਕ ਪੁੱਛਦੇ ਆ ਕਿ ਤੁਸੀਂ ਉਹਨਾਂ ਦਿਨਾਂ 'ਚ ਸਵਾਲ ਉਠਾਉਂਦੇ ਸੀ ਕਦੇ ਕਿ ਨਹੀਂ? ਇਸ ਤਰ੍ਹਾਂ ਜੀ ਕਿ ਜਦੋਂ 2015-16 ਚ ਹੋਇਆ, ਬਾਦਲ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਘਰ ਉੱਥੇ ਬਰਜਿੰਦਰ ਜੀ ਅਜੀਤ ਵਾਲੇ ਆਏ, ਉਹਨਾਂ ਨੇ ਵੀ ਬੜੀ ਕਲੀਅਰਲੀ ਇਹ ਗੱਲ ਕਹੀ, ਢੀਂਡਸਾ ਸਾਹਿਬ ਨੇ ਵੀ ਇਹ ਗੱਲ ਬੜੀ ਕਲੀਅਰ ਕਹੀ, ਡਾਕਟਰ ਜਸਪਾਲ ਸਿੰਘ, ਸਰਦਾਰ ਤਰਲੋਚਨ ਸਿੰਘ, ਮੈਂ, ਅਸੀਂ ਸਾਰਿਆਂ ਨੇ ਇੱਕੋ ਗੱਲ ਕਹੀ ਕਿ ਇਹ ਬੰਦੇ ਫੜੇ ਜਾਣੇ ਚਾਹੀਦੇ। ਕੌਣ ਨੇ? ਨੰਬਰ 1। ਔਰ ਅਨਕੰਡੀਸ਼ਨਲ ਜਾ ਕੇ ਬਾਦਲ ਸਾਹਿਬ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ, ਵੱਡੇ ਬਾਦਲ ਸਾਹਿਬ, ਜਦੋਂ ਇੱਕ ਸਰੂਪ ਦੀ ਸਿਰਫ ਗੱਲ ਹੋਈ ਸੀਗੀ। ਇਸ ਨੂੰ ਤੁਸੀਂ ਲਾਈਟਲੀ ਨਾ ਲਵੋ, ਇਹ ਸਾਨੂੰ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਨੂੰ ਖਤਮ ਕਰ ਦੇਗਾ। ਔਰ ਇਹਨਾਂ ਨੇ ਉਦਣ ਮੰਨੀ ਗੱਲ, ਲੇਕਿਨ ਉਹਦੇ ਬਾਅਦ ਨਾ ਉਸ ਨੂੰ ਪੂਰਾ ਕੀਤਾ ਗਿਆ, ਨਾ ਬਾਦਲ ਸਾਹਿਬ ਉੱਥੇ ਗਏ। ਉਹਦੇ 2 ਸਾਲ ਬਾਅਦ ਸਾਰਾ ਅਕਾਲੀ ਦਲ ਲੈ ਕੇ ਤੁਸੀਂ ਉੱਥੇ ਭਾਂਡੇ ਮਾਂਜਦੇ ਰਹੇ। ਲੇਕਿਨ ਜਿਸ ਵੇਲੇ ਮੌਕਾ ਸੀਗਾ, ਜਿਸ ਵੇਲੇ ਤੁਹਾਡੀ ਜ਼ਿੰਮੇਵਾਰੀ ਸੀ ਕਿ ਤੁਸੀਂ ਇੱਕ ਪਾਸੇ ਗੁਰੂ ਕੋਲੋਂ ਸੁਰਖਰੂ ਹੋਵੋ, ਉੱਥੋਂ ਜਾ ਕੇ ਆਪਣੀ ਪਛਤਾਤਾਪ ਕਰੋ, ਦੂਜੇ ਪਾਸੇ ਸਰਕਾਰ ਤੁਹਾਡੀ ਹੈ ਤੇ ਬੰਦੇ ਫੜੋ। ਬੰਦੇ ਜਿਹੜੇ ਫੜੇ ਉਹਨਾਂ ਦਾ ਕੁਝ ਨਿਕਲਿਆ ਨਹੀਂ। ਸੁਮੇਸ਼ ਸੈਣੀ ਨੂੰ ਤੁਸੀਂ ਇੱਕ ਪਾਸੇ ਕਰਕੇ, ਜਿਹੜਾ ਅੱਜ ਅੰਦਰ ਜਾ ਰਿਹਾ ਮੁਲਤਾਨੀ ਦੇ ਕੇਸ ਵਿੱਚ, ਤੁਸੀਂ ਉਹਨਾਂ ਬੰਦਿਆਂ ਨੂੰ ਅਹੁਦੇ ਦੇ ਦਿੱਤੇ ਜਿਨ੍ਹਾਂ ਨੇ ਏਡਾ ਵੱਡਾ ਨਰਸੰਹਾਰ ਕੀਤਾ ਹੋਵੇ। ਮੈਂ ਸਮਝਦਾ ਕਿ ਅਸੀਂ ਜਦੋਂ 2017 ਦੇ ਵਿੱਚ ਇਲੈਕਸ਼ਨ ਸੀਗੀ 4 ਫਰਵਰੀ ਨੂੰ, ਉਸ ਤੋਂ 31 ਤਰੀਕ ਪਹਿਲੇ 31 ਜਨਵਰੀ ਨੂੰ ਆ ਜਾਓ, 5 ਦਿਨ ਪਹਿਲੇ ਵੋਟਾਂ ਪੈਣ ਤੋਂ, ਮੈਂ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਸੀ। ਉੱਥੇ ਮੈਨੂੰ ਸਵਾਲ ਪੁੱਛ ਲਿਆ ਜੀ ਕਿ ਅਕਾਲੀ ਦਲ ਦੇ ਐਮਐਲਏ ਡੇਰੇ ਗਏ ਨੇ ਵੋਟਾਂ ਮੰਗਣ ਲਈ, ਤੁਸੀਂ ਕੀ ਕਹੋਗੇ? ਮੈਂ ਕਿਹਾ ਮੈਂ ਖੁਦ ਜਾ ਕੇ ਰਿਪੋਰਟ ਕਰਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ ਇਹਨਾਂ ਨੂੰ ਤਲਬ ਕਰਨਾ ਚਾਹੀਦਾ। ਫਿਰ ਉਹਨਾਂ ਨੇ ਸਵਾਲ ਕੀਤਾ ਮੈਨੂੰ, ਜਿਹੜਾ ਵੱਡੇ ਅਖਬਾਰ ਸੀਗੇ ਇੰਗਲਿਸ਼ ਦੇ, ਪੰਜਾਬ ਦੇ 2, ਉਹਨਾਂ ਆਖਿਆ ਜੀ ਕਿ ਕੀ ਤੁਹਾਨੂੰ ਡੇਰੇ ਦੀ ਵੋਟਾਂ ਚਾਹੀਦੀਆਂ? ਮੈਂ ਕਿਹਾ ਸਾਨੂੰ ਡੇਰੇ ਦੀ ਵੋਟਾਂ ਬਿਲਕੁਲ ਨਹੀਂ ਚਾਹੀਦੀਆਂ। 31 ਤਰੀਕ ਦੀ ਅਖਬਾਰਾਂ 'ਚ ਹੈਡਲਾਈਨਾਂ ਛਪ ਗਈਆਂ, ਮਨਜੀਤ ਸਿੰਘ ਦਿੱਲੀ ਕਮੇਟੀ ਦਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਪ੍ਰਧਾਨ ਔਰ ਸਪੋਕਸਪਰਸਨ ਆਫ ਪਾਰਟੀ, ਉਹ ਆਖਦਾ ਕਿ ਮੈਨੂੰ ਡੇਰੇ ਦੀ ਵੋਟਾਂ ਨਹੀਂ ਚਾਹੀਦੀਆਂ। ਸੁਖਬੀਰ ਸਿੰਘ ਬਾਦਲ ਮੈਨੂੰ ਦੁਪਹਿਰੇ ਫੋਨ ਕਰਦੇ ਨੇ ਜਿਸ ਦਿਨ ਛਪ ਜਾਂਦੀ ਹੈ ਕਿ ਤੂੰ ਇਹ ਬਿਆਨ ਦਿੱਤਾ। ਮੈਂ ਕਿਹਾ ਹਾਂਜੀ ਮੈਂ ਬਿਆਨ ਦਿੱਤਾ। ਕਹਿੰਦੇ ਤੁਸੀਂ ਮਿਹਰਬਾਨੀ ਕਰਕੇ ਦਿੱਲੀ ਵਾਪਸ ਚਲੇ ਜਾਓ ਔਰ ਤੁਸੀਂ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚੋਂ ਬਾਹਰ ਹੋ ਜਾਓ ਔਰ ਕੋਈ ਸਟੇਟਮੈਂਟ ਨਹੀਂ ਦਿਓਗੇ। ਮੇਰਾ ਸਟੈਂਡ ਉਦੋਂ ਵੀ ਬੜਾ ਕਲੀਅਰ ਸੀ ਤੇ ਮੇਰਾ ਸਟੈਂਡ ਅੱਜ ਵੀ ਬੜਾ ਕਲੀਅਰ ਹੈ। ਅੱਜ ਤੇ ਜਿਹੜੇ ਅੱਜ ਸਾਡੇ ਕੋਲ ਤੱਥ ਆ ਰਹੇ ਨੇ ਉਹ 2015-16 ਚ ਨਹੀਂ ਆਏ ਸੀ। ਅੱਜ ਤੇ ਤੱਥਾਂ ਤੋਂ ਅੱਗੇ ਗੱਲ ਚਲੀ ਗਈ ਹੈ। ਮੈਂ ਸਮਝਦਾ ਕਿ ਇਹਦੇ ਤਾਂ ਸਿੱਧੇ ਕਸੂਰਵਾਰ ਨੇ। ਅੱਜ ਤੁਸੀਂ ਰੁੱਝੇ ਹੋਏ ਹੋ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ, ਪਰ ਇੱਕ ਸਵਾਲ ਤਾਂ ਬਹੁਤ ਜ਼ਰੂਰੀ ਬਣਦਾ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਕਹਿਣ ਤੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਬਾਡੀ ਫੈਸਲੇ ਕਰਦੀ ਹੈ, ਕਈਆਂ ਨੂੰ ਸਸਪੈਂਡ ਕੀਤਾ, ਕਈਆਂ ਨੂੰ ਫਾਰਗ ਵੀ ਕਰਤਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਮੇਰੇ ਖਿਆਲ ਅੱਧੇ ਘੰਟੇ ਦੀ ਮੀਟਿੰਗ ਦੇ ਵਿੱਚ 1000 ਪੇਜ ਦੀ ਰਿਪੋਰਟ ਪੜ੍ਹ ਕੇ ਫੈਸਲਾ ਵੀ ਕਰ ਦਿੰਦੇ ਆ। ਸੋ ਇਹ ਸਾਰਾ ਕੁਝ ਕਿਤੇ ਅਕਾਲੀ ਦਲ ਆਪਣੀ ਜ਼ਮੀਨ ਤਲਾਸ਼ਦਾ ਹੈ ਸਿਆਸੀ, ਜਿਹੜੇ ਸਖਤ ਫੈਸਲੇ ਹੋਣ ਦੀ ਗੱਲ ਹੋ ਰਹੀ ਹੈ, ਕਿਉਂਕਿ ਜਿਹੜੀ ਕੋਹਲੀ ਐਸੋਸੀਏਟਸ ਵਾਲੀ ਗੱਲ ਹੈਗੀ, ਸਤਿੰਦਰ ਸਿੰਘ ਕੋਹਲੀ ਵਾਲੀ, ਉਹਨੂੰ ਬਾਹਰ ਕੀਤਾ ਜਾਣਾ, ਇਹ ਤੇ ਲੋਕ ਸਮਝਦੇ ਆ ਕਿ ਔਖੇ ਹੋ ਕੇ ਫੈਸਲਾ ਲਿਆ ਲੱਗਦਾ। ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਇਹਦੇ ਨਾਲ ਮਨ ਸ਼ਾਂਤ ਹੋ ਸਕਦੇ ਨੇ ਜੋ ਵਾਪਰਿਆ, ਜਾਂ ਹੁਣ ਤੁਹਾਡੀ ਮੰਗ ਅੱਜ ਕੀ ਰਹੂਗੀ ਉੱਥੇ ਜਿੱਧਰ ਚੱਲੇ ਹੋ? ਮੇਰੇ ਹਿਸਾਬ ਨਾਲ ਬਿਲਕੁਲ ਮਨ ਸ਼ਾਂਤ ਨਹੀਂ ਹੋ ਸਕਦੇ। ਇਸ ਵੇਲੇ ਜਿਹੜਾ ਪਾਣੀ ਆ ਪੁਲਾਂ ਦੇ ਥੱਲੋਂ ਲੰਘ ਚੁੱਕਾ ਹੈਗਾ। ਤੁਸੀਂ ਕਹਿੰਦੇ ਹੋ ਕਿ ਅਸੀਂ ਪੈਸੇ ਵਾਪਸ ਰਿਕਵਰ ਕਰ ਲਾਂਗੇ ਜੀ, 7 ਕਰੋੜ ਰੁਪਏ ਰਿਕਵਰ ਕਰਾਂਗੇ, ਜਾਂ ਅਸੀਂ ਪ੍ਰਿੰਟਿੰਗ ਦੀ ਜਾਂ ਕਾਗਜ਼ਾਂ ਦੀ ਕੀਮਤ ਰਿਕਵਰ ਕਰਾਂਗੇ ਜੀ ਅਸੀਂ ਉਹਨਾਂ ਕੋਲੋਂ, ਜਿਹੜੇ ਉੱਥੇ ਕਲਰਕ ਸੀਗੇ ਜਾਂ ਜਿਹੜੇ ਉੱਥੇ ਮੈਨੇਜਰ ਸੀਗੇ। ਮੈਂ ਸਮਝਦਾ ਕਿ ਸਾਡੇ ਗੁਰੂ ਦੀ ਇਹ ਕੀਮਤ ਨਹੀਂ ਹੈ। ਸਾਨੂੰ ਆਪਣੇ ਗੁਰੂ ਵਾਪਸ ਚਾਹੀਦੇ ਨੇ। ਸਾਨੂੰ ਪਤਾ ਦੱਸੋ, ਅੱਜ ਅਸੀਂ ਇਹਨਾਂ ਦੀ ਕੋਠੀ ਤੇ ਚੱਲੇ ਆ, ਸਾਨੂੰ ਉਹ ਐਡਰੈਸ ਦੇ ਦਿਓ ਕਿੱਥੇ ਗੁਰੂ ਪਏ ਨੇ, ਅਸੀਂ ਜਾ ਕੇ ਆਪ ਦੇਖ ਲਈਏ। ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਇਹ ਮਨਜੀਤ ਸਿੰਘ ਨਹੀਂ ਜਾ ਰਿਹਾ, ਇਹ ਪੂਰੇ ਸਿੱਖ ਜਗਤ ਦਾ ਗੁਰੂ ਨਾਨਕ ਨਾਮ ਲੇਵਾ ਦੀ ਅੱਜ ਭਾਵਨਾਵਾਂ ਨੇ ਜਿਹੜੀਆਂ ਅਸੀਂ ਪ੍ਰਗਟ ਕਰਨ ਜਾ ਰਹੀਆਂ ਨੇ। ਤੁਸੀਂ ਇਹ ਕਰਦੇ ਰਹੋ ਜੋ ਕਰਦੇ ਪਏ ਹੋ, ਇਹ ਕਾਗਜ਼ੀ ਕਾਰਵਾਈਆਂ, ਕਾਗਜ਼ ਕਾਲੇ ਕਰਦੇ ਰਹੋ, ਲੇਕਿਨ ਸਾਨੂੰ ਪਤਾ ਲੱਗਿਆ ਕਿ ਸਾਡੇ ਗੁਰੂ ਮਹਾਰਾਜ ਦੇ ਸਰੂਪ, ਜਿਨ੍ਹਾਂ ਨੂੰ ਪਹਿਲੇ ਪਾਤਸ਼ਾਹ ਨੇ ਬਾਣੀ ਦਾ ਸਤਿਕਾਰ ਦਿੱਤਾ, ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕੀਤੀ, ਜਿੱਥੇ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕੀਤੀ ਰਾਮਸਰ ਉੱਥੋਂ ਦੀ ਸਰੂਪ ਨਿਕਲ ਜਾਣ, ਤੇ 10ਵੇਂ ਪਾਤਸ਼ਾਹ ਨੇ ਗੁਰੂ ਗੱਦੀ ਬਖਸ਼ੀ ਔਰ ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਦਾ ਦਰਜਾ ਦਿੱਤਾ। ਮੈਂ ਸਮਝਦਾ ਕਿ ਪਰਚਾ ਉਦੋਂ ਕਿਉਂ ਨਹੀਂ ਦਰਜ ਹੋ ਗਿਆ ਜਦੋਂ ਸਰਕਾਰ ਤੁਹਾਡੀ ਸੀ 302 ਦਾ ਤੇ 295A ਦਾ। ਸੋ ਇਸ ਕਰਕੇ ਅੱਜ ਇਹ ਜੋ ਮਰਜ਼ੀ ਕਰਦੇ ਰਹਿਣ, ਇਹਨਾਂ ਦੀ ਇਹ ਬਖਸ਼ੇ ਨਹੀਂ ਜਾ ਸਕਦੇ, ਜੋ ਮੇਰੀ ਸੋਚ ਹੈ, ਜੋ ਆਮ ਸਿੱਖ ਦੀ ਸੋਚ। ਅੱਛਾ ਜੀਕੇ ਸਾਹਿਬ, ਚੱਲੇ ਤਾਂ ਹੈਗੇ ਹੋ, ਜੇ ਖੁਦਾ ਨਾ ਖਾਸਤਾ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕੋਠੀ ਦੇ ਅੰਦਰ ਹੁੰਦੇ ਆ ਤੇ ਉਹਨਾਂ ਦੇ ਅੰਦਰ ਪੁਰਾਣਾ ਪਿਆਰ ਜੋਸ਼ ਮਾਰ ਜਾਏ, ਉਹ 4 ਕਦਮ ਬਾਹਰ, ਕਿਉਂਕਿ ਤੁਸੀਂ ਗੇਟ ਦੇ ਬਾਹਰ ਹੀ ਰਹੋਗੇ, ਤੁਹਾਨੂੰ ਪੁਲਿਸ ਨੇ ਅੰਦਰ ਤੇ ਜਾਣ ਨਹੀਂ ਦੇਣਾ, ਸਿਕਿਉਰਿਟੀ ਬੜੀ ਟਾਈਟ ਹੁੰਦੀ ਹੈ। ਪਹਿਲੀਆਂ ਗੱਲਾਂ ਹੋਰ ਆ, ਉਦੋਂ ਤੁਸੀਂ
ਮਾਰਦੇ ਛਾਲਾਂ ਚਲੇ ਜਾਂਦੇ ਸੀ। ਜੇਕਰ ਮੰਨ ਲਓ ਅੰਦਰੋਂ ਬਾਹਰ ਆ ਕੇ ਤੁਹਾਨੂੰ ਬਾਹੋਂ ਫੜ ਕੇ ਲੈ ਜਾਂਦੇ ਵੀ ਆਓ ਜਾ ਕੇ ਲਿਵਿੰਗ ਏਰੀਆ 'ਚ ਚਾਹ ਪੀਨੇ ਆ, ਤੇ ਫਿਰ ਪੁਰਾਣੀ ਸਾਂਝ ਕਿਤੇ ਬਾਹਰ ਆ ਸਕਦੀ ਹੈ। ਕਿਉਂਕਿ ਲੋਕ ਇਹ ਵੀ ਤਾਂ ਪੁੱਛਦੇ ਆ ਕਿ ਸਿਆਸਤ ਵਾਰਾ ਖਾਂਦੀ ਹੁੰਦੀ ਆ, ਕੱਲ ਨੂੰ ਜੀਕੇ ਸਾਹਿਬ ਨੂੰ ਜਾਂ ਬਾਕੀ ਲੋਕਾਂ ਨੂੰ ਵੀ ਲੱਗੇ ਜਿਹੜੇ ਬਾਹਰ ਆਏ ਆ ਕਿ ਨਹੀਂ ਇਕੱਠੇ ਹੋ ਕੇ ਤੁਰਦੇ ਸੱਤਾ ਮਿਲ ਜੂ, ਤੇ ਸਮਝੌਤੇ ਹੁਣ ਸੱਤਾ ਲਈ ਹੋਇਆ ਕਰਨਗੇ ਅੱਗੇ ਕਿ ਨਹੀਂ? ਇਦਾਂ ਕਿ ਮਨਜੀਤ ਸਿੰਘ ਜੀਕੇ ਅੱਗੇ ਜਾਂਦਾ ਹੁੰਦਾ ਸੀਗਾ ਐਜ਼ ਪਾਰਟੀ ਦਾ ਰਿਪਰੈਜ਼ੈਂਟੇਟਿਵ, ਤੇ ਘਰ ਦੇ ਅੰਦਰ ਵੀ ਜਾਂਦਾ ਸੀ, ਚਾਹ ਵੀ ਪੀਂਦਾ ਸੀ। ਅੱਜ ਮੈਂ ਇੱਕ ਕੌਮ ਦਾ ਦਰਦ ਲੈ ਕੇ ਜਾ ਰਿਹਾ ਵਾਂ। ਹਾਂ, ਸੁਖਬੀਰ ਸਿੰਘ ਬਾਦਲ ਬਾਹਰ ਆ ਜਾਣ, ਮੈਨੂੰ ਆ ਕੇ ਦੱਸ ਦੇਣ ਕਿ ਉਹ ਸਰੂਪ ਕਿੱਥੇ ਗਏ ਨੇ, ਉਹਨਾਂ ਦੀ ਲਿਸਟ ਸਾਡੇ ਹਵਾਲੇ ਕਰ ਦੇਣ, ਤੇ ਫਿਰ ਅਸੀਂ ਕੌਮ ਦੇ ਅੱਗੇ ਇਹ ਸਾਰੇ ਮਸਲੇ ਰੱਖਾਂਗੇ ਕਿ ਦੱਸੋ ਜੀ ਹੁਣ ਕੀ ਕਰਨਾ। ਲੇਕਿਨ ਹੁਣ ਇਹ ਚਾਹ ਦੀ ਜਿਹੜੀ ਸਿਆਸਤ ਕਹਿ ਲਓ, ਚਾਹ ਦੀ ਰਾਜਨੀਤੀ ਕਹਿ ਲਓ, ਡਿਨਰ ਪੋਲਿਟਿਕਸ ਕਹਿ ਲਓ, ਇਹ ਸਾਰੀ ਚੀਜ਼ਾਂ ਦਾ ਸਮਾਂ ਨਿਕਲ ਚੁੱਕਾ ਹੈ। ਇਸ ਵੇਲੇ ਸਵਾਲ ਗੁਰੂ ਦਾ ਆ ਚੁੱਕਾ ਹੈ, ਨਾ ਮਨਜੀਤ ਸਿੰਘ ਦਾ, ਨਾ ਸੁਖਬੀਰ ਸਿੰਘ ਬਾਦਲ ਦਾ। ਬਹੁਤ ਮਿਹਰਬਾਨੀ ਜੀਕੇ ਸਾਹਿਬ, ਬਹੁਤ ਧੰਨਵਾਦ।